गुरु साहिब जी कहा बुद्ध प्रभ तुष हमारी बरन सकै महिमा जे तिहारी हम ना सकत कर सिफत तुम्हारी आप लेहो तुम कथा सुधारी सतनाम श्री वाहिगुरु साहिब जी सोरठ महला नवा मन रे कौन कुमत तैलीनी परदारा निंदिया रस रचियो राम भगत नह कीनी मन रे कौन कुमत तैलीनी परदारा निंदिया रस रचियो राम भगत नह कीनी रहाओ मुकत पंथ जानियो तै नाहन धन जोरन को धाया अंत संग काहू नहीं दीना बिरथा आप बंधाया ना हर भजियो ना गुर जन सेवियो नह उपजियो कछ ज्ञाना घट ही माहे निरंजन तेरै तै खोजत उद्याना बहुत जन्म भरमत तै हारियो अस्थिर मत नहीं पाई मानस देह पाए पद हर भज नानक बात बताई बहुत जन्म भरमत तै हारियो अस्थिर मत नहीं पाई मानस देह पाए पद हर भज नानक बात बताई वाहिगुरु जी का खालसा वाहिगुरु जी की फतेह। धन धन गुरु गरीब निवाज चावर छतर तख्त दे मालक श्री गुरु ग्रंथ साहिब सच्चे पातशाह जी दी पावन पवित्र हजूरी अंदर जुड़ बैठी गुरु प्यारी गुरु सवारी सा संगत
ਅਪਾਰ ਦਇਆ ਸਤਿਗੁਰਾਂ ਨੇ ਕੀਤੀ ਹੈ, ਜੋ ਆਪ ਜੀ ਸਤ ਸੰਗਤ ਦਾ ਆਨੰਦ ਮਾਣ ਰਹੇ ਹੋ। ਸਮਾਂ ਹੈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਆ ਰਹੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਸਤਿਗੁਰਾਂ ਦੀ ਪਾਵਨ ਬਾਣੀ ਹੈ, ਜਿਸ ਬਾਣੀ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਬੈਠ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸ ਬਾਣੀ ਦੀ ਵਿਚਾਰ ਦਾ ਸਮਾਂ ਹੈ। ਸਾਧ ਸੰਗਤ, ਆਪ ਜੀ ਨੇ ਹੁਣੇ ਹੀ ਜੋ ਸੋਰਠ ਰਾਗ ਦੇ ਅੰਦਰ ਸਤਿਗੁਰਾਂ ਦਾ ਪਾਵਨ ਸ਼ਬਦ ਸਰਵਣ ਕੀਤਾ ਹੈ, ਇਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇਸ ਸੋਰਠ ਰਾਗ ਦੇ ਅੰਦਰ ਤੀਸਰਾ ਸ਼ਬਦ ਹੈ। ਸਤਿਗੁਰਾਂ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਸਮਝਾਉਣਾ ਕੀਤਾ ਹੈ, ਸੰਬੋਧਨ ਕੀਤਾ ਹੈ ਮਨੁੱਖ ਦੇ ਮਨ ਨੂੰ। ਸੰਬੋਧਨ ਅਸੀਂ ਜਦੋਂ ਕਿਸੇ ਨੂੰ ਸੰਬੋਧਨ ਕਰਕੇ ਗੱਲ ਕਹਿੰਦੇ ਆ ਨਾ, ਤੇ ਸਾਧ ਸੰਗਤ ਉਦੋਂ ਫਿਰ ਜਿਹਨੂੰ ਸੰਬੋਧਨ ਕੀਤਾ ਜਾਂਦਾ ਉਹਨੂੰ ਕਹਿੰਦੇ ਆ, ਭਾਈ ਤੂੰ ਧਿਆਨ ਨਾਲ ਸੁਣ ਮੇਰੀ ਗੱਲ। ਫਿਰ ਜਦੋਂ ਧਿਆਨ ਲਾ ਕੇ ਸੁਣਦਾ ਉਹਦੇ ਕੁਝ ਪੱਲੇ ਵੀ ਪੈਂਦਾ, ਉਹ ਸਮਝਦਾ ਵੀ ਹੈ। ਜਦੋਂ ਕਿਸੇ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸੰਬੋਧਨ ਕੀਤਾ ਜਾਂਦਾ ਹੈ, ਤੇ ਸਤਿਗੁਰਾਂ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਸੰਬੋਧਨ ਕੀਤਾ ਹੈ ਮਨ ਨੂੰ। ਤੇ ਸੰਬੋਧਨ ਕਰਕੇ ਮਹਾਰਾਜ ਨੇ ਜਿੱਥੇ ਸਮਝਾਇਆ ਹੈ, ਤੇ ਸਮਝਾਉਣ ਦਾ ਤਰੀਕਾ ਸਤਿਗੁਰਾਂ ਦਾ ਪਤਾ ਕੀ ਹੈ? ਸਤਿਗੁਰਾਂ ਨੇ ਸਿੱਧਾ ਜਦੋਂ ਕਿਸੇ ਨੂੰ ਦਬਕਾ ਮਾਰੀਦਾ ਹੈ ਨਾ ਕਿ ਤੂੰ ਸਮਝਦਾ ਕਿਉਂ ਨਹੀਂ। ਜਿਵੇਂ ਕੋਈ ਪਿਓ ਆਪਣੇ ਪੁੱਤਰ ਨੂੰ ਝਿੜਕੇ, ਗਲਤ ਕੰਮ ਕਰਨ ਤੋਂ ਵਰਜੇ, ਤੇ ਸੰਬੋਧਨ ਹੋ ਕੇ ਸਭ ਤੋਂ ਪਹਿਲਾਂ ਉਹਨੂੰ ਇੱਕ ਝਿੜਕ ਮਾਰਦਾ ਹੈ, ਤੇ ਫਿਰ ਝਿੜਕ ਮਾਰ ਕੇ ਚੰਗੀ ਤਰ੍ਹਾਂ ਗੱਲ ਨੂੰ ਸਮਝਾ ਕੇ ਕਿ ਪੁੱਤਰ ਇਹ ਗੱਲ ਤੇਰੇ ਲਈ ਗਲਤ ਹੈ, ਸਮਝਾ ਕੇ ਫਿਰ ਅਖੀਰ ਤੇ ਇਹਨੂੰ ਤਤਪਰਜ ਸਮਝਾਉਂਦਾ ਹੈ ਕਿ ਭਾਈ ਕਿਉਂ ਤੇਰੇ ਲਈ ਪੁੱਤਰ ਇਹ ਗੱਲ ਗਲਤ ਹੈ। ਜਦੋਂ ਪਿਤਾ ਆਪਣੇ ਪੁੱਤਰ ਨੂੰ ਕੋਈ ਗੱਲ ਸਮਝਾਉਣੀ ਹੋਵੇ, ਪੁੱਤਰ ਗਲਤ ਰਸਤੇ ਤੇ ਪੈ ਗਿਆ ਹੋਵੇ, ਉਹ ਪਹਿਲਾਂ ਝਿੜਕਦਾ ਹੈ ਪਿਤਾ। ਝਿੜਕ ਮਾਰਨ ਤੋਂ ਬਾਅਦ ਫਿਰ ਸਾਰੀ ਗੱਲ ਸਮਝਾ ਕੇ ਉਹਨੂੰ ਦੱਸਦਾ ਹੈ, ਪੁੱਤਰ ਤੇਰੇ ਵਾਸਤੇ ਇਹ ਮਾੜੀ ਗੱਲ ਹੈ, ਕਿਉਂ ਮਾੜੀ ਗੱਲ ਹੈ ਸਾਰੀ ਸਮਝਾ ਕੇ ਫਿਰ ਉਹਨੂੰ ਆਪਣੀ ਗੱਲ ਵਕੜੀ 'ਚ ਲੈ ਲੈਂਦਾ। ਇਸੇ ਤਰ੍ਹਾਂ ਸਤਿਗੁਰਾਂ ਨੇ ਅੱਜ ਮਨ ਨੂੰ ਝਿੜਕ ਮਾਰੀ ਹੈ, ਮਨੁੱਖੀ ਮਨ ਨੂੰ, ਸਾਡੇ ਮਨਾਂ ਨੂੰ। ਤੇ ਮਹਾਰਾਜ ਨੇ ਇਹ ਗੱਲ ਕਹੀ ਹੈ ਕਿ ਮਨਾ ਤੂੰ ਜਾਣਾ ਕਿਹੜੇ ਪਾਸੇ ਪਿਆ ਤੇ ਤੇਰਾ ਰਸਤਾ ਕਿਹੜਾ ਹੈ, ਉਸ ਰਸਤਾ ਤੂੰ ਕਿਉਂ ਨਹੀਂ ਫੜਦਾ। ਸਤਿਗੁਰਾਂ ਨੇ ਕਿਹਾ ਹੈ, ਧੰਨ ਗੁਰੂ ਤੇਗ ਬਹਾਦਰ ਜੀ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਆਓ ਮਨੋਬਿਰਤੀਆਂ ਨੂੰ ਇਕਾਗਰ ਕਰੀਏ, ਸ਼ਬਦ ਨਾਲ ਜੁੜੀਏ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ, ਰਾਗ ਸੋਰਠ ਹੈ, ਮਹੱਲਾ ਨੌਵਾਂ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ 9ਵੇਂ ਸਰੂਪ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ।
मन रे कौन कुमत तै लीनी। हे मेरिया मना, हे अवैड़िया मना, केड़ी कुमत तू धारण कर लई। साध संगत एक हुंदी है मत जिहड़ी साडे सबना दे अंदर है, किसी गल नूं समझना। एक हुंदी है सुमत जिहड़ी चंगी श्रेष्ठ मत जिन्हों कहा जाता है, जो सानू अपने परिवार चों मिलती है, जो असी समझते हाँ जिहो जिहा परिवार चंगा होएगा तो वह चंगी मत देवेगा। तो एक हुंदी है कुमत जो सानू भैड़ी संगत तो प्राप्त होती है, माड़िया लोगों की संगत तो प्राप्त होती है। तो एक इतों भी श्रेष्ठ मत की गल सतगुरां ने गुरबाणी च कीती है, उन्होंने नाम दिता गया गुरमत। सब तो श्रेष्ठ जिहड़ी गुरु की मत है, जो सिख ने लैके चलनी है। इस शब्द के अखीर के अंदर महाराज ने यही गुरमत सानू दृढ़ करवाई है। जिवें मैं पहलों उदाहरण दी कि पहलों बच्चे नूं झिड़क मार के फिर पिता अखीर दे उत्ते समझाउंदा है ना प्यार नाल, वो फिर गुरमत सतगुरां ने अखीर दे उत्ते दृढ़ करवाई है। महाराज ने कहा भाई मेरिया मना किहो जी तू कुमत धारण कर ली, केड़ी भैड़ी मत तू धारण करके बैठा है। मन रे कौन कुमत तै लीनी। वो मेरिया मना तू किहो जी भैड़ी मत लैके बैठ गया। चलना तो तू परमेश्वर के रस्ते ते सी, पर तू विकारां दे विच लग गया। क्यों तू ये भैड़ी मत ग्रहण कर ली, समझदा क्यों नहीं तू। मन रे कौन कुमत तै लीनी। परदारा निंदिया रस रचियो, राम भगत नह कीनी। फिर महाराज ने अगे दसिया कि कुमत है किहड़ी किहड़ी। दो सब तो वड्डे विकारां दी गल महाराज ने कीती है। धन श्री गुरु तेग बहादुर सच्चे पातशाह जी सतगुरां ने कहा परदारा, दार दा अर्थ हुंदा है साध संगत इस्तरी औरत, पर दा अर्थ हुंदा है पराई। परदारा निंदिया रस रचियो। फिर सतगुरां ने दूसरे विकार की गल की है निंदिया की। तो इन्हां दे रस दे विच मनुख लुभाएमान होया पिया, रसिया होया दे विच। पहला विकार किहड़ा है पराए शरीर नूं देखना, पराई इस्तरी नूं देखना। सतगुरां ने बख्शिश की। महाराज कहंदे आ कि तू अपने मन करके नेत्रां करके पराए शरीर नूं देखदा है ते उन्हां नूं देख के विकार कमाउणा है, विकार। तो सतगुरु जदों राजे शिवनाभ के कोल गए सन ना सतगुरु धन गुरु नानक साहब सच्चे पातशाह, तो उस समय सतगुरां ने एक विकार ये भी कहा सी पराई शरीर नूं देखण वाला भी। इनू भी काम वासना दे विच सतगुरां ने अंकित किया है, पराई शरीर नूं देखना। भोग विलास करना पराई शरीर दे नाल वो तो एक विकार है सब तो वड्डा। पर जो राजे शिवनाम ने कहा महाराज ये भी विकार है, महाराज कहते हाँ पराए शरीर नूं देखना भी विकार है सब तो वड्डा। होर भी सतगुरां ने कई विकार जिहड़े वो दसे सन। रहो विचार, महाराज कहते पराए शरीर वाल देखना, परदारा निंदिया रस रचियो। पराए शरीर नूं देखना, पराए शरीर दे नाल संबंध करना। फिर उस तो बाद दूसरा विकार तेनों साध संगत सतगुर कहते लगा होया है निंदिया रस रचियो। निंदिया का विकार तेनों लगा होया। तो संत ज्ञानी मशकीन सिंह बड़ी सुंदर उदाहरण दे के कहते होंदे सन। वो कहते कि मनुख भावें जिन्ना मर्जी बीमार मंजे ते पिया हाय हाय करता होवे ना,
ਉਹਦੇ ਕੋਲ ਜਾ ਕੇ ਉਹਦੇ ਦੁਸ਼ਮਣ ਦੀ ਕਿਤੇ ਨਿੰਦਿਆ ਕਰਨ ਲੱਗ ਜਾਓ ਵੀ ਉੱਠ ਕੇ ਬਹਿ ਜਾਂਦਾ। ਇੰਨਾ ਰਸ ਹੈ ਨਿੰਦਿਆ ਦਾ ਕਿ ਭਾਵੇਂ ਮਨੁੱਖ ਹਸਪਤਾਲ ਦੇ ਬੈੱਡ 'ਤੇ ਪਿਆ ਆਖੇ ਮੇਰਾ ਬੁਰਾ ਹਾਲ ਹੈ, ਮਰਨ ਵਾਲਾ ਮੈਂ, ਤੇ ਮਸ਼ਕੀਨ ਸਾਹਿਬ ਕਹਿੰਦੇ ਉਹਦੇ ਲਾਗੇ ਜਾ ਕੇ ਤੇ ਉਹਦੇ ਦੁਸ਼ਮਣ ਦੀਆਂ 4 ਗੱਲਾਂ ਕਰਦੇ ਹੋ ਨਾ ਕਿ ਉਹ ਤੇ ਬੜਾ ਮਾੜਾ ਹੈ ਤੇ ਬੜਾ ਭੈੜਾ, ਕਹਿੰਦੇ ਉਹ ਮਰਦਾ ਮਰਦਾ ਉੱਠ ਕੇ ਬਹਿ ਜਾਊਗਾ, ਮੈਨੂੰ ਦੱਸੋ ਤੇ ਸਹੀ ਕਿੰਨਾ ਕੁ ਮਾੜਾ ਹੈ। ਇੰਨਾ ਕੰਨਾਂ ਦਾ ਰਸ ਭੈੜਾ ਲੱਗਾ ਹੋਇਆ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਇਹ ਸਭ ਤੋਂ ਵੱਡੇ 2 ਵਿਕਾਰ ਤੈਨੂੰ ਫੜ ਕੇ ਬੈਠੇ ਆ। ਪਹਿਲਾ ਹੈ ਪਰਾਏ ਸਰੀਰ ਦੇ ਨਾਲ ਕਾਮ ਵਾਸ਼ਨਾ ਦਾ ਜਿਹੜਾ ਸੰਬੰਧ ਹੈ ਤੇਰਾ ਜੁੜਦਾ ਹੈ। ਤੇ ਪਰ ਦੀ ਗੱਲ ਕੀਤੀ ਮਹਾਰਾਜ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਨ ਇਸਤਰੀ ਸੰਗ ਅਤ ਨੇਹੋ ਵਡਾਇਓ, ਪਰ ਇਸਤਰੀ ਕੀ ਸੇਜ ਸੁਪਨੇ ਹਿਉ ਨਾ ਜਾਇਓ। ਸਤਿਗੁਰਾਂ ਨੇ ਪਰਾਏ ਦੀ ਗੱਲ ਕੀਤੀ। ਆਪਣੀ ਇਸਤਰੀ ਸੰਗ ਸਤਿਗੁਰ ਕਹਿੰਦੇ ਅੱਤ ਵੱਧ ਨੇ ਵਧਾ ਕੋਈ ਗੱਲ ਨਹੀਂ, ਪਰ ਪਰਾਏ ਸਰੀਰ ਵੱਲ ਭੁੱਲ ਕੇ ਵੀ ਨਾ ਦੇਖ। ਸਤਿਗੁਰਾਂ ਨੇ ਕਿਹਾ ਪਰ ਦਾਰਾ ਨਿੰਦਿਆ ਰਸ ਰਚਿਓ, ਫਿਰ ਨਿੰਦਿਆ ਕਰਦਾ ਹੈ ਤੂੰ, ਕਿਸੇ ਪਰਾਏ ਦੀ ਨਿੰਦਿਆ ਦੇ ਵਿੱਚ ਲੱਗਾ ਪਿਆ ਹੈ। ਜੇ ਕੋਈ ਤੈਨੂੰ 2 ਅੱਖਰ ਮਾੜੇ ਕਹਿੰਦਾ ਹੈ ਤੇ ਦੂਸਰਿਆਂ ਦੇ ਕੋਲ ਜਾ ਕੇ ਉਹਦੀ 4 ਵਾਰੀ 5 ਵਾਰੀ ਉਹਦੀਆਂ ਗੱਲਾਂ ਕਰਦਾ ਕਿ ਇਹ ਬਹੁਤ ਮਾੜਾ ਹੈ। ਤੇ ਮਾਰੇ ਕਹਿੰਦੇ ਇਸ ਤਰ੍ਹਾਂ ਦੇ ਫਿਰ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਤੇ ਨਹੀਂ ਨਾ ਹੋਣੀ ਮਨਾ, ਇਹ ਤੇ ਕੁਮੱਤ ਹੈ। ਇਹ ਪਰਮੇਸ਼ਰ ਵੱਲੋਂ ਦਿੱਤੀ ਹੋਈ ਸਮੱਤ ਨਹੀਂ, ਇਹ ਕੁਮੱਤ ਹੈ ਜਿਹੜੀ ਤੂੰ ਧਾਰਨ ਕੀਤੀ ਹੈ ਮਨਾ। ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਮਾਰੇ ਕਹਿੰਦੇ ਫਿਰ ਤੂੰ ਰਾਮ ਦੀ, ਵਾਹਿਗੁਰੂ ਦੀ, ਪਰਮੇਸ਼ਰ ਦੀ, ਅਕਾਲ ਪੁਰਖ ਦੀ ਜਿਹੜੀ ਹੈ ਨਾ ਉਹ ਭਗਤੀ ਕਿਉਂ ਨਹੀਂ ਕੀਤੀ? ਕਿਉਂ ਨਹੀਂ ਮਨਾ ਤੂੰ ਇਸ ਪਾਸੇ ਲੱਗਦਾ? ਕਿਉਂ ਤੂੰ ਭੈੜੇ ਕਰਮਾਂ ਵੱਲ ਲੱਗਾ ਪਿਆ ਹੈ? ਅਸਲੀ ਤੇਰਾ ਕਾਰਜ ਜਿਹੜਾ ਸੀ ਉਹ ਪਰਮੇਸ਼ਰ ਦੀ, ਵਾਹਿਗੁਰੂ ਦੀ ਬੰਦਗੀ ਕਰਨਾ ਸੀ, ਉਹਨੂੰ ਯਾਦ ਕਰਨਾ ਸੀ, ਉਹਦੀ ਭਗਤੀ ਕਰਨਾ ਸੀ, ਪਰ ਤੂੰ ਵਿਕਾਰਾਂ ਦੇ ਵਿੱਚ ਲੱਗਾ ਪਿਆ ਹੈ। ਤੇ ਇਹ ਤੂੰ ਇੱਕ ਬੜੀ ਵੱਡੀ ਕੁਮੱਤ ਧਾਰਨ ਕੀਤੀ ਹੈ, ਯਾਦ ਰੱਖੀ ਮਨਾ ਮੇਰਿਆ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਰਨ ਕਉ ਧਾਇਆ। ਮਾਰੇ ਕਹਿੰਦੇ ਇੱਕ ਰਸਤਾ ਹੈ ਮੁਕਤੀ ਦਾ। ਉਹ ਮੁਕਤੀ ਦਾ ਰਸਤਾ ਜਿਹੜਾ ਹੈ ਨਾ ਪਰਮੇਸ਼ਰ ਦੀ ਬੰਦਗੀ ਦੇ ਨਾਲ ਪ੍ਰਾਪਤ ਹੁੰਦਾ ਹੈ। ਤੇ ਉਸ ਮੁਕਤੀ ਦੇ ਰਸਤੇ ਨੂੰ ਛੱਡ ਕੇ, ਪੰਥ ਦਾ ਅਰਥ ਹੁੰਦਾ ਹੈ ਰਸਤਾ। ਮੁਕਤ ਪੰਥ ਜਾਣਿਓ ਤੈ ਨਾਹਿਨ। ਭਾਈ ਗੁਰਮੁਖਾ ਹੇ ਮੇਰਿਆ ਮਨਾ, ਤੂੰ ਮੁਕਤੀ ਦਾ ਰਸਤਾ ਕਿਉਂ ਨਹੀਂ ਫੜਦਾ? ਕਿਉਂ ਨਹੀਂ ਜਾਣਦਾ ਮੁਕਤੀ ਦੇ ਰਸਤੇ ਨੂੰ? ਮੁਕਤ ਪੰਥ ਜਾਣਿਓ ਤੈ ਨਾਹਿਨ, ਕਿਉਂਕਿ ਮੁਕਤੀ ਦਾ ਰਸਤਾ ਤੇ ਗੁਰੂ ਦੁਆਰਾ ਪ੍ਰਾਪਤ ਹੋਣਾ ਨਾ। ਜਿਵੇਂ ਆਪ ਜੀ ਜੁੜ ਬੈਠੇ ਹੋ, ਸਮਝਾਂਗੇ ਗੁਰਬਾਣੀ ਨੂੰ, ਪੜ੍ਹਾਂਗੇ, ਵਿਚਾਰ ਸੁਣਾਂਗੇ, ਕੀਰਤਨ ਸਰਵਣ ਕਰਾਂਗੇ ਤੇ ਮੁਕਤੀ ਦੇ ਰਸਤੇ ਦੀ ਕੋਈ ਗੱਲ ਪਤਾ ਲੱਗੇਗੀ। ਪਰ ਜੇ ਸੰਸਾਰ ਦੇ ਵਿੱਚ ਹੀ ਲੱਗੇ ਰਹੇ ਫਿਰ ਸਾਨੂੰ ਕਿੰਨੇ ਆ ਕੇ ਦੱਸਣਾ ਕਿ ਭਾਈ ਮੁਕਤੀ ਦਾ ਰਸਤਾ ਹੈ ਕਿਹੜਾ? ਨਹੀਂ ਨਾ ਪਤਾ ਲੱਗਣਾ। ਪਤਾ ਇੱਥੇ ਲੱਗਣਾ ਆ ਕੇ ਸਤ ਸੰਗਤ ਦੇ ਵਿੱਚ। ਤੇ ਮਹਾਰਾਜ ਕਹਿੰਦੇ ਆ ਕਿ ਭਾਈ ਹੇ ਮੇਰਿਆ ਮਨਾ, ਮੁਕਤ ਪੰਥ ਜਾਣਿਓ ਤੈ ਨਾਹਿਨ। ਤੂੰ ਮੁਕਤੀ ਦਾ ਰਸਤਾ ਨਹੀਂ ਜਾਣਿਆ। ਜਿਸ ਰਸਤੇ 'ਤੇ ਚੱਲ ਕੇ ਤੈਨੂੰ ਮੁਕਤੀ ਪ੍ਰਾਪਤ ਹੋਣੀ ਸੀ ਉਸ ਰਸਤੇ 'ਤੇ ਤੂੰ ਚੱਲਿਆ ਨਹੀਂ। ਫਿਰ ਕੀਤਾ ਕੀ? ਧਨ ਜੋੜਨ ਕਉ ਧਾਇਆ। ਮਹਾਰਾਜ ਕਹਿੰਦੇ ਧਨ ਜੋੜਨ ਵਾਸਤੇ ਭੱਜਾ ਫਿਰਦਾ ਦਿਨ ਰਾਤ ਕਿ ਇੱਥੋਂ ਵੀ ਕੁਛ ਨਾ ਕੁਛ ਪ੍ਰਾਪਤ ਹੋ ਜਾਵੇ, ਇੱਧਰੋਂ ਵੀ ਕੁਛ ਨਾ ਕੁਛ ਪ੍ਰਾਪਤ ਹੋ ਜਾਵੇ। ਮਹਾਰਾਜ ਕਹਿੰਦੇ ਮਨੁੱਖ ਭੱਜਾ ਫਿਰਦਾ ਰਹਿੰਦਾ ਹੈ, ਮਨ ਭੱਜਾ ਫਿਰਦਾ ਰਹਿੰਦਾ ਹੈ। ਧਨ ਜੋੜਨ ਕਉ ਧਾਇਆ, ਧਾਉਂਦਾ ਰਹਿੰਦਾ ਹੈ, ਕਿਤੇ ਇੱਧਰ ਜਾਂਦਾ ਹੈ, ਕਿਤੇ ਉੱਧਰ ਜਾਂਦਾ ਹੈ, ਪਰ ਮੁਕਤੀ ਦੇ ਰਸਤੇ ਵਾਲੇ ਪਾਸੇ ਜਾਣ ਦਾ ਇਹਦਾ ਕੋਈ ਖਿਆਲ ਹੀ ਨਹੀਂ ਆਉਂਦਾ ਇਹਦੇ ਮਨ ਦੇ ਵਿੱਚ ਕਿ ਮੈਂ ਮੁਕਤੀ ਵੀ ਪ੍ਰਾਪਤ ਕਰਨੀ। ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋੜਨ ਕਉ ਧਾਇਆ। ਫਿਰ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਮਹਾਰਾਜ ਕਹਿੰਦੇ ਇਹ ਨਾ ਜਾਣੀ ਕਿ ਜੇ ਤੂੰ ਮੁਕਤੀ ਦਾ ਰਸਤਾ ਛੱਡ ਕੇ ਮਾਇਆ ਧਨ ਇਕੱਠਾ ਕਰਨ ਲੱਗ ਪਿਆ
ਤੇ ਜਿਨ੍ਹਾਂ ਵਾਸਤੇ ਇਕੱਠਾ ਕਰਦਾ ਤੇ ਉਹ ਤੇਰੇ ਨਾਲ ਤੇਰਾ ਸੰਗ ਦੇਣਗੇ, ਤੇਰਾ ਸਾਥ ਦੇਣਗੇ। ਕਿਉਂਕਿ ਅੰਤ ਸੰਗ ਕਾਹੂ ਨਹੀਂ ਦੀਨਾ। ਅਖੀਰਲੇ ਸਮੇਂ ਜਦੋਂ ਤੇਰੀ ਮੌਤ ਆਉਣੀ ਹੈ, ਉਸ ਸਮੇਂ ਤੇਰਾ ਸਾਥ ਕਿਸੇ ਨੇ ਨਹੀਂ ਦੇਣਾ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਮਰ ਕਹਿੰਦੇ ਇਸ ਤਰ੍ਹਾਂ ਬਿਰਥਾ ਹੀ ਤੂੰ ਵਿਕਾਰਾਂ ਦੇ ਵਿੱਚ ਆਪਣੇ ਆਪ ਨੂੰ ਬਣਾਇਆ ਹੋਇਆ ਹੈ। ਐਸੀ ਤੇਰੀ ਹਾਲਤ ਹੋ ਗਈ ਹੈ। ਸਾਧ ਸੰਗਤ, ਇੱਕ ਸਾਖੀ ਆਉਂਦੀ ਹੈ, ਕਹਿੰਦੇ ਕਿ ਇੱਕ ਮਹਾਤਮਾ ਜੰਗਲ ਦੇ ਵਿੱਚੋਂ ਗੁਜ਼ਰ ਰਿਹਾ ਹੈ ਤੇ ਲੰਘਦਿਆਂ ਕੀ ਹੋਇਆ ਕਿ ਰਸਤੇ 'ਚ ਇੱਕ ਡਾਕੂ ਮਿਲ ਗਿਆ। ਉਹਨੇ ਰੱਖ ਲਈ ਛੁਰੀ ਸਾਧੂ ਦੇ ਮਹਾਤਮਾ ਦੇ ਧੌਣ ਦੇ ਉੱਤੇ। ਕਹਿੰਦਾ ਤੁਹਾਨੂੰ ਕਤਲ ਕਰਕੇ ਤੇ ਤੁਹਾਨੂੰ ਲੁੱਟ ਲੈਣਾ ਹੈ। ਮਹਾਤਮਾ ਕਹਿੰਦਾ ਭਾਈ ਲੁੱਟ ਤੇ ਲਈ, ਪਰ ਇੱਕ ਗੱਲ ਮੇਰੀ ਯਾਦ ਰੱਖ ਕਿ ਤੈਨੂੰ ਲੇਖਾ ਦੇਣਾ ਪੈਣਾ ਹੈ ਅੰਤਲੇ ਸਮੇਂ। ਤੇ ਜਦੋਂ ਤੂੰ ਲੇਖਾ ਦੇਣਾ ਹੈ ਨਾ, ਤੇ ਉਸ ਸਮੇਂ ਤੇਰਾ ਸਾਥ ਕਿਸੇ ਨੇ ਨਹੀਂ ਦੇਣਾ। ਕਹਿੰਦਾ ਐਵੇਂ ਥੋੜ੍ਹੀ ਹੁੰਦਾ ਹੈ, ਮੇਰਾ ਪਰਿਵਾਰ ਮੇਰੇ ਨਾਲ ਖੜਦਾ ਹੈ, ਏਡੀ ਕਿਹੜੀ ਗੱਲ ਹੈ। ਮੈਂ ਉਹਨਾਂ ਨੂੰ ਧਨ ਪਦਾਰਥ ਦੇਣਾ, ਜਾ ਕੇ ਜੋ ਵੀ ਲੁੱਟ ਕੇ ਲੈ ਕੇ ਜਾਣਾ ਮੈਂ ਉਹਨਾਂ ਨੂੰ ਦੇਣਾ। ਮੇਰਾ ਸੰਗ ਕਿਉਂ ਨਹੀਂ, ਮੇਰਾ ਸਾਥ ਕਿਉਂ ਨਹੀਂ ਦੇਣਗੇ? ਮੇਰਾ ਸਾਥ ਦੇਣਗੇ ਉਹ। ਮਹਾਤਮਾ ਕਹਿੰਦਾ ਭਲਿਆ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਕਹਿੰਦਾ ਨਹੀਂ ਮੰਨਿਆ। ਮਹਾਤਮਾ ਨੇ ਕਿਹਾ ਚੱਲ ਇੰਜ ਕਰ, ਮੈਨੂੰ ਇਸੇ ਕਿਸੇ ਰੁੱਖ ਦੇ ਨਾਲ ਬੰਨ੍ਹ ਜਾ, ਇੱਕ ਵਾਰੀ ਘਰੋਂ ਪੁੱਛ ਕੇ ਤੇ ਆ ਤੇਰਾ ਕੋਈ ਸਾਥ ਦਿੰਦਾ ਵੀ ਹੈ ਕਿ ਨਹੀਂ ਦਿੰਦਾ। ਕਹਿੰਦਾ ਤੇ ਗੱਲ ਤੇ ਪੱਕੀ ਹੈ, ਮੈਂ ਤੇ ਕਦੀ ਪੁੱਛਿਆ ਨਹੀਂ, ਚਲੋ ਜਾ ਕੇ ਪੁੱਛ ਕੇ ਆਉਣਾ ਘਰੋਂ। ਮਹਾਤਮਾ ਨੂੰ ਰੱਸੀ ਦੇ ਨਾਲ ਬੰਨ੍ਹ ਗਿਆ, ਘਰ ਗਿਆ ਤੇ ਪਹਿਲਾਂ ਮਾਤਾ ਪਿਤਾ ਦੇ ਕੋਲ ਗਿਆ ਆਪਣੇ। ਕਹਿੰਦਾ ਹੈ ਕਿ ਮਾਤਾ ਜੀ, ਪਿਤਾ ਜੀ, ਮੈਂ ਡਾਕੇ ਮਾਰੇ, ਲੋਕਾਂ ਨੂੰ ਕਤਲ ਕੀਤਾ, ਧਨ ਪਦਾਰਥ ਲੈ ਕੇ ਆਉਣਾ, ਤੁਹਾਨੂੰ ਖਵਾਉਣਾ ਹੈ, ਰੋਟੀ ਪਾਣੀ ਦਾ ਜੁਗਾੜ ਕਰਦਾ ਹੈ, ਅਤੇ ਜਦੋਂ ਮੇਰਾ ਅੰਤਲਾ ਸਮਾਂ ਆਏਗਾ ਕੀ ਤੁਸੀਂ ਮੇਰਾ ਸਾਥ ਦਿਓਗੇ, ਮੇਰੇ ਨਾਲ ਚੱਲੋਗੇ, ਮੇਰੀ ਜਗ੍ਹਾ ਦੇ ਉੱਤੇ ਤੁਸੀਂ ਮਰੋਗੇ? ਅਤੇ ਮਾਤਾ ਪਿਤਾ ਨੇ ਕਿਹਾ ਪੁੱਤਰ ਜਦੋਂ ਤੂੰ ਬਚਪਨ ਵਿੱਚ ਸੀ ਉਦੋਂ ਅਸੀਂ ਤੈਨੂੰ ਪਾਲਿਆ, ਹੁਣ ਤੂੰ ਜਵਾਨ ਹੋਇਆ ਅਤੇ ਹੁਣ ਤੇਰਾ ਫਰਜ਼ ਬਣਦਾ ਸਾਨੂੰ ਪਾਲਣ ਦਾ, ਪਰ ਅਖੀਰਲਾ ਸਮਾਂ ਜਿਹੜਾ ਉਸ ਸਮੇਂ ਅਸੀਂ ਸਾਥ ਨਹੀਂ ਦੇ ਸਕਦੇ, ਉਦੋਂ ਤਾਂ ਤੈਨੂੰ ਹੀ ਜਾਣਾ ਪੈਣਾ। ਪਤਨੀ ਕੋਲ ਚਲਾ ਗਿਆ, ਪਤਨੀ ਨੂੰ ਕਹਿੰਦਾ ਕਿ ਮੈਂ ਤੇਰੇ ਵਾਸਤੇ ਇੰਨਾ ਕੁਝ ਕਰਦਾ ਹੈ, ਲੁੱਟ ਖੋਹ ਕਰਕੇ ਲੈ ਕੇ ਆਉਣਾ ਹੈ, ਕੀ ਤੂੰ ਮੇਰਾ ਸਾਥ ਦੇਂਗੀ ਅਖੀਰਲੇ ਸਮੇਂ? ਅਤੇ ਪਤਨੀ ਨੇ ਅੱਗਿਓਂ ਕਿਹਾ, ਉਹ ਕਹਿੰਦੀ ਪਤੀ ਜੀ ਤੁਸੀਂ ਮੈਨੂੰ ਵਿਆਹ ਕੇ ਲੈ ਕੇ ਆਏ ਹੋ ਅਤੇ ਤੁਹਾਡਾ ਇਹ ਫਰਜ਼ ਬਣਦਾ ਮੈਨੂੰ ਪਾਲਣਾ, ਭਾਵੇਂ ਡਾਕੇ ਮਾਰ ਕੇ ਧਨ ਲੈ ਕੇ ਆਓ, ਭਾਵੇਂ ਕਿਸੇ ਨੂੰ ਮਾਰ ਕੇ ਲੈ ਕੇ ਆਓ, ਪਰ ਤੁਹਾਡਾ ਫਰਜ਼ ਬਣਦਾ ਹੈ ਮੈਨੂੰ ਪਾਲਣਾ। ਅਤੇ ਪਰ ਅੰਤਲੇ ਸਮੇਂ ਦੀ ਜੇ ਗੱਲ ਕਰੋ ਉਸ ਸਮੇਂ ਤੁਹਾਨੂੰ ਆਪ ਹੀ ਲੇਖਾ ਦੇਣਾ ਪੈਣਾ, ਮੈਂ ਨਹੀਂ ਤੁਹਾਡਾ ਕੋਈ ਸਾਥ ਦਿੰਦੀ। ਧੀਆਂ ਪੁੱਤਰਾਂ ਕੋਲ ਚਲਾ ਗਿਆ, ਉਹਨਾਂ ਨੂੰ ਜਾ ਕੇ ਕਹਿੰਦਾ ਕਿ ਅਖੀਰਲੇ ਸਮੇਂ ਮੇਰਾ ਸਾਥ ਦਿਓਗੇ, ਮੇਰੀ ਜਗ੍ਹਾ ਦੇ ਉੱਤੇ ਜਾਓਗੇ? ਉਹਨਾਂ ਅੱਗਿਓਂ ਕਿਹਾ ਪਿਤਾ ਫਿਰ ਤੈਨੂੰ ਸਾਨੂੰ ਜੰਮਣ ਦਾ ਹੀ ਚਾਅ ਸੀ, ਜੇ ਤੂੰ ਸਾਨੂੰ ਪਾਲ ਨਹੀਂ ਸਕਦਾ ਕਿਹੋ ਜਿਹੀਆਂ ਗੱਲਾਂ ਕਰਦਾ? ਇਹ ਤਾਂ ਤੇਰਾ ਫਰਜ਼ ਬਣਦਾ ਹੈ, ਜੇ ਤਾਂ ਸਾਨੂੰ ਜੰਮਿਆ ਹੈ ਅਤੇ ਸਾਨੂੰ ਪਾਲਣਾ ਵੀ ਤੂੰ ਹੈ, ਭਾਵੇਂ ਡਾਕੇ ਮਾਰ, ਭਾਵੇਂ ਜੋ ਮਰਜ਼ੀ ਕਰ, ਇਹ ਤਾਂ ਤੂੰ ਪਾਲਣਾ ਹੈ ਸਾਨੂੰ। ਇਸ ਕਰਕੇ ਫਿਰ ਉਹ ਜਿਹੜਾ ਸੀ ਮਨੁੱਖ ਫਿਰ ਵਾਪਸ ਗਿਆ, ਡਾਕੂ ਜਿਹੜਾ ਸੀ ਮਹਾਤਮਾ ਦੇ ਕੋਲ ਜਾ ਕੇ ਚਰਨ ਫੜ ਲਏ, ਕਹਿੰਦਾ ਸੱਚੀ ਮਹਾਤਮਾ ਜੀ ਅਖੀਰਲੇ ਸਮੇਂ ਕਿਸੇ ਨੇ ਸਾਥ ਨਹੀਂ ਦੇਣਾ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਮਨੁੱਖ ਬਿਰਥਾ ਹੀ ਆਪਣੇ ਆਪ ਨੂੰ ਬਣਵਾ ਕੇ ਨਾ, ਜਦੋਂ ਜੰਮ ਆਣ ਕੇ ਫੜ ਕੇ ਲੈ ਕੇ ਜਾਂਦੇ ਆ, ਫਿਰ ਵਹਿੰਦਾ ਕਿ ਕੀ ਹੋ ਗਿਆ ਮੇਰੇ ਨਾਲ। ਫਿਰ ਮਨੁੱਖ ਨੂੰ ਕੋਈ ਸੋਝੀ ਨਹੀਂ ਆਉਂਦੀ, ਫਿਰ ਕਹਿੰਦਾ ਸਾਰੀ ਉਮਰ ਸੋਝੀ ਨਹੀਂ ਹੁੰਦੀ। ਫਿਰ ਜਦੋਂ ਜੰਮ ਕਾ ਡੰਡ ਮੂੰਢ ਮੈਂ ਪੜ ਹੈ, ਜਦੋਂ ਜੰਮਾਂ ਦਾ ਡੰਡ ਸਿਰ 'ਤੇ ਪੈਂਦਾ ਹੈ ਨਾ, ਫਿਰ ਮਨੁੱਖ ਸੋਚਦਾ ਹੈ ਕਿ ਇਹ ਰਸਤਾ ਕਿਹੜਾ ਸੀ ਅਤੇ ਮੈਂ ਕਿਹੜਾ ਰਸਤਾ ਫੜ ਲਿਆ। ਮੁਕਤ ਪੰਥ ਜਾਣਿਓ ਤੈ ਨਾਹੀਂ, ਮੁਕਤੀ ਦਾ ਰਸਤਾ ਤੇ ਮੈਂ ਉਸ ਸਮੇਂ ਫੜਿਆ ਨਹੀਂ। ਅਤੇ ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬਣਾਇਆ, ਅਤੇ ਹੁਣ ਤਾਂ ਮੈਨੂੰ ਫੜ ਕੇ ਜੰਮ ਲੈ ਚੱਲੇ ਆ ਬੰਨ੍ਹ ਕੇ, ਹੁਣ ਕੋਈ ਫਾਇਦਾ ਨਹੀਂ ਹੋਣਾ। ਅੱਗੇ ਸਤਿਗੁਰ ਬਖਸ਼ਿਸ਼ ਕਰਦੇ ਹਨ, ਨਾ ਹਰਿ ਭਜਿਓ
ना गुर जन सेवियो नह उपज्यो कश ज्ञाना। मारे कहते आ गुरमत का एक रस्ता सी कि परमेश्वर का भजन करना, फिर गुरुजनां की सेवा करनी, आए गए की सेवा करनी, साधां की सेवा करनी, गुरमुख प्यारियां की सेवा करनी। ये रस्ता सी गुरु घर आण के सेवा करनी, ये रस्ता सी हरि नूं भजना ते गुरु दे जनां की सेवा करनी ते फिर कुछ ज्ञान प्राप्त करना संगत च बैठ के। ये असली रस्ता सी गुरमत का रस्ता। पहली कुमत सी, हुण सतगुरु सुमत गुरमत सन दृढ़ करवा रहे मन नूं। मारे कहते आ कि रस्ता ये सी पहलों हरि नूं सिमरना, याद करना, फिर गुरु की गल मननी ते गुरु के जनां की सेवा करनी, भाव सत संगियां की गुरमुख प्यारियां की सेवा करनी, फिर संगत च बैठ के कुछ ज्ञान इकट्ठा करना सी। पर तू ये कीता नहीं, ना हर भजियो, ना तू हरि का भजन किया, ना गुरजन सेवियो, ना गुरु के जनां की सेवा की जिहड़े गुरु नूं सिमरन वाले आ, याद करन वाले आ। ना गुरजन सेवियो न उपजियो कश ज्ञाना। मारे कहते फिर तेरे हिरदे दे विच कुछ ज्ञान भी प्रगट नहीं होया। जदों मनुख ने सत संगत ही ना कीती ते कित्थों ज्ञान आ जाएगा, नहीं ज्ञान आउंदा। इसे करके सतगुरां ने कहा ना संगत सब तो वध करनी चाहिए, क्योंकि बाणी असीं पढ़ लैंदे आ पर जदों संगत करते हैं ना फिर सानूं पता लगदा कि असीं कित्थे क खड़े हैं। मारे कहते ज्ञान तेरे अंदर कोई उपजिया नहीं, हरि का भजन तू कीता नहीं, गुरु के जनां की सेवा तू कीती नहीं, घट ही माहे निरंजन तेरा तै खोजत उद्याना। मारे कहते वाहिगुरु परमेश्वर अकाल पुरख तेरे घट दे अंदर है। ये कितों पता लगना सी जी? संगत दे विचों कुछ ज्ञान प्राप्त करके। मारे कहते घट ही माहे निरंजन तेरे, परमेश्वर वाहिगुरु तेरे अंदर है। निरंजन जिहड़ा काल खरैत परमेश्वर वाहिगुरु है वो तेरे अंदर बैठा है। घट ही माहे निरंजन तेरा, पर होया कि तै खोजत उद्याना। जदों ज्ञान ही नहीं, न उपजियो कश ज्ञाना, जदों तेरे कोल ज्ञान ही नहीं तो फिर तैनूं किवें पता लगेगा कि परमेश्वर मेरे अंदर है। घट ही माहे निरंजन तेरे तै खोजत उद्याना। फिर होया कि तै खोजत उद्याना, उद्याना का अर्थ होंदा है वैसे जंगल, पर इत्थे मारे कहते हैं कि तू परमेश्वर नूं लभण वास्ते संसार रूपी जंगल च भज्जा फिरदा है कि मैनूं इत्थों परमेश्वर मिल जाएगा, मैनूं उत्थों परमेश्वर मिल जाएगा। मारे कहते ये ज्ञान तैनूं उपजना सी संगत दे विचों, संगत तू कीती नहीं, गुरमुख प्यारियां की सेवा तू कीती नहीं, हरि का भजन तू कीता नहीं, ते हुण तू परमेश्वर नूं घट घट दे विच जानण दी जगह संसार चों लभदा फिरदा। इस तरह परमेश्वर तैनूं नहीं मिलना। घट ही माहे निरंजन तेरे तै खोजत उद्याना, बहुत जन्म भरमत तै हारियो अस्थिर मत नहीं पाई। मारे कहते बड़े जन्म हो गए तेनों भरमदियां, बहुत जन्म भरमत तै हारियो चिरंकाल दे संजरिया। कोई एक जन्म नहीं, सानू पता नहीं किन्ने के जन्म हो गए, वार वार जमदे हैं, वार वार मरदे हैं। कादे वास्ते मरदे हैं, कादे वास्ते जमदे हैं? कुमत दा करके, जिहड़ी कुमत धारण कीती मन साडे ने। मारे कहते बहुत जन्म भरमत तै हारियो, कुमत धारण करके कई जन्मां दा तू भरमदा फिरदा है, भटकदा फिरदा है। पर जिहड़ी असली गल है ना, तत्त दी गल वो महाराज ने अगे कही आ, अस्थिर मत नहीं पाई। ये अस्थिर मत जिहड़ी यही गुरमत है। महाराज कहते कुमत छड्ड के गुरमत तू धारण कीती, अस्थित मत नहीं पाई, अस्थित नहीं होया तेरा मन, तू अपने आप को स्थिर नहीं किया। हे मना अस्थिर मत नहीं पाई, क्यों तू अस्थिर मत क्यों नहीं गुरमत धारण की? कुमत धारण करके तू तुरिया फिरदा है, कुमत धारण करके संसार च लगा फिरदा है, पर गुरमत क्यों नहीं तू धारण की? अस्थिर मत क्यों नहीं तू पाई?
महाराज कहते सतगुरु कि ये जन्म तेनू जिहड़ा है ना कुमत दा करके वार वार मिल रहा, वार वार जमदा है, वार वार मरदा है। बहुत जन्म भरमत तै हारे हो, पर जो गुरमत मनुख नूं प्राप्त हो जाती है ना, फिर आना जाना मुक जाता है साध संगत, जो गुरमत प्राप्त हो जाती है। पर गुरमत प्राप्त करने वास्ते वो की करना पवेगा, हरि नूं भजना पवेगा, फिर गुरु के जना की संगत की सेवा करनी पवेगी, फिर ज्ञान कुछ प्राप्त करना पवेगा संगत च बैठ के। सतगुरु कहते गुरमत तू प्राप्त नहीं की, कुमत तू धारण की है, तो कुमत धारण का करके तू वार वार जमदा है, वार वार मरदा है। अस्थिर मत नहीं पाई, एक अस्थित मत गुरमत क्यों नहीं प्राप्त की। मानस देह पाए पद हर भज, नानक बात बताए। सतगुरु कहते आ भाई मानस दे पाए पद हर भज, बड़ी वड्डी पदवी है तेरे कोल मानस दे, एक पदवी मिली है तेनू, एक अवसर मिले, एक समा मिले है मानस दे। सतगुरु कहते आ मानस दे पाए पद हर भज, जे तू ये मानस दे ही पाई है, जे तेनू परमेश्वर की कृपा के नाल तेरा कोई पूर्वला जन्म जागया, कोई कर्म तेनू ये मनुखा देही मिल गई है, तो सतगुरु कहते धन गुरु तेग बहादुर महाराज कहते तेनू मैं एक गल दसां, एक बात बतावां। वो बात यही मानस दे पाए पद हर भज, हरि नूं भज, हरि नूं याद कर, जे तू ये मानस दे ही पाई है ते मानस दे पाए पद हर भज, नानक बात बताई। सतगुरु धन श्री गुरु तेग बहादुर जी ने कुमत तो गल करके ते गुरमत ते लिया के गल दृढ़ की है कि भाई गुरसिखा हे मना, हे गुरमुख जनों, कुमत धारण करके वार वार जमना पैना, वार वार मरना पैना है। पराए रसां दे कसां दे विच लग के, पराई निंदिया दे रसां च लग के, पराए शरीरां दे रसां च लग के अपना जीवन बिरथा ना गवाओ। पर सतगुरां ने अखीर ते नाल गल वकड़ी च लैके समझाया कि भाई तेनू आ समझावा मेरिया मना कि तू मानस दे जे पाई है ना, जे तेनू मानस दे मिल ही गई है, तो तेनू एक बात, तेनू एक गल मैं समझाउणा है। मानस दे पाए पद हर भज, नानक बात बताई। तू हरि का भजन कर, वाहिगुरू का भजन कर, ताकि तू गुरमत धारण करके इस आउण जाण दे गेड़े तो मुक्त हो जावे, ते तेनू अस्थित मत परमेश्वर का दर तेनू प्राप्त हो जाए। सो सतगुरु धन श्री गुरु तेग बहादुर सच्चे पातशाह जी ने पावन शब्द के अंदर दो गल्लां दसियां ने। पहली है कुमत की, ते दूसरी है अस्थित मत, जिन्हों कहा जाता है गुरमत की। सतगुरां ने कहा कुमत छड्ड दे, गुरमत धारण कर ला। तो गुरमत ये कहती है कि हरि का भजन कर, नाम सिमरन कर, ते संगत कर, कुछ ज्ञान तेरे अंदर प्रगट होवे, ते फिर उहदे नाल होर तू की कर, संगत दे विच सेवा कर। ਇਹਦੇ ਨਾਲ तेरे अंदर कुछ ज्ञान प्रगट होगा, फिर तेनों मुक्ति मिल सकती है। नहीं तो तू सारा समा धन जोड़न को धाया भज्जा फिरदा रहेगा, इस तरह तेनों मुक्ति प्राप्त नहीं होनी। सो इन्नियां क साध संगत बेनतियां प्रवान करनियां, समा हो चुका है। सतगुरु रहमत करम होइयां बेअंत भुल्लां चुकां दी खिमा। धन श्री गुरु ग्रंथ साहिब जी।